ਬੱਚਿਓ ਅੱਜ ਦੀ ਐਮਏ ਫਸਟ ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਯੂਨਿਟ 1 ਦਾ ਅਸੀਂ ਜਿਹੜਾ ਪਹਿਲਾ ਟੌਪਿਕ ਡਿਸਕਸ ਕਰਨਾ ਸ਼ੁਰੂ ਕੀਤਾ ਸੀਗਾ ਪਰਸੋਂ, ਪਾਵਰ ਵਾਲਾ। ਮੈਂ ਇਹਦੇ ਵਿੱਚ ਤੁਹਾਨੂੰ ਜਿਹੜਾ ਸ਼ਕਤੀ ਦਾ ਅਰਥ ਦੱਸ ਚੁੱਕਾ ਹੈ, ਸ਼ਕਤੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਉਹਦੇ ਬਾਰੇ ਵੀ ਦੱਸ ਚੁੱਕਾ ਹੈ, ਔਰ ਸ਼ਕਤੀ ਦੇ ਸਰੋਤ ਕਿਹੜੇ-ਕਿਹੜੇ ਹੁੰਦੇ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਚੁੱਕਾ। ਸੋ ਇਹ ਕੁਝ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ, ਔਰ ਸ਼ਕਤੀ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਵੀ ਆਪਾਂ ਜਿਹੜਾ ਡਿਸਕਸ ਕਰ ਚੁੱਕੇ ਹਾਂ। ਉਹਦੇ ਨਾਲ ਨਾਲ ਇਹਦੀਆਂ ਪਰਿਭਾਸ਼ਾਵਾਂ ਵੀ ਅਸੀਂ ਜਿਹੜੀਆਂ ਡਿਸਕਸ ਜਿਹੜੀਆਂ ਉਹ ਆਪਾਂ ਇਹਦੇ ਨਾਲ ਕਰ ਚੁੱਕੇ ਹਾਂ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਸ਼ਕਤੀ ਕੀ ਹੁੰਦੀ ਹੈ, ਇਜ਼ ਦ ਐਬਿਲਿਟੀ ਟੂ ਗੈਟ ਸਮ one to do something he wants to accomplish in making things happens the way he wants। ठीक है, is a prime ingredient of politics। ਹੁਣ ਜਿਹੜੀ ਸਾਰੀ ਰਾਜਨੀਤੀ ਹੈ ਉਹ ਸ਼ਕਤੀ ਦੇ ਇਰਦ ਗਿਰਦ ਘੁੰਮਦੀ ਹੈ, ਜਾਂ ਆਪਾਂ ਰਾਜਨੀਤੀ ਨੂੰ ਸ਼ਕਤੀ ਦੇ ਰੂਪ 'ਚ ਹੀ ਪਰਿਭਾਸ਼ਿਤ ਕਰਦੇ ਹਾਂ। ਠੀਕ ਹੈ ਜੀ। ਔਰ ਸਟਰਗਲ ਫॉर ਪਾਵਰ ਇਜ਼ ਕਾਲਡ ਪੋਲਿਟਿਕਸ। ਪੋਲਿਟਿਕਸ ਆਪਾਂ ਰਾਜਨੀਤੀ ਕਿਹਨੂੰ ਕਹਿੰਦੇ ਆ? ਸ਼ਕਤੀ ਜਾਂ ਸੱਤਾ ਲਈ ਸੰਘਰਸ਼ ਨੂੰ ਅਸੀਂ ਰਾਜਨੀਤੀ ਕਹਿੰਦੇ। ਸੋ ਇੱਕ ਹੋਰ ਗੱਲ ਹੈ ਜਿਹੜੀ ਕਿ ਪਾਵਰ ਦੇ ਨਾਲ ਬਹੁਤ ਰਿਲੇਟਡ ਹੈਗੀ ਹੈ, ਉਹ ਹੈ ਪਾਵਰ ਟੈਂਡਸ ਟੂ ਕਰਪਟ, ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਜਿਹੜੀ ਸ਼ਕਤੀ ਹੈ ਉਹਦੇ ਵਿੱਚ ਕਰਪਸ਼ਨ ਜਾਂ ਕਰਪਟ ਮਤਲਬ ਸ਼ਕਤੀ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ ਉਹ ਕਰਪਟ ਮੀਨਸ ਨਾ ਹੁੰਦੀ ਹੈ, ਕਰਪਟ ਮੀਨਸ ਨਾ ਹੀ ਹੁੰਦੀ ਹੈ ਸ਼ਕਤੀ ਦੀ ਪ੍ਰਾਪਤੀ। ਜਿਹੜੇ ਹੈ ਤੁਸੀਂ ਵੈਲਿਊ ਬੇਸਡ ਅੱਜ ਕੱਲ ਤੁਸੀਂ ਦੇਖ ਲਓ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਵੈਲਿਊ ਬੇਸਡ ਰਾਜਨੀਤੀ ਥੋੜਾ ਹੋ ਰਹੀ ਹੈ, ਉਹਦਾ ਵੈਲਿਊ ਬੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਮਤਲਬ ਕਿ ਜਿਹੜੇ ਰਾਜਨੀਤਿਕ ਦਲ ਹੈ ਭਾਰਤ 'ਚ ਹੋਣ ਜਾਂ ਹੋਰ ਕਿਸੇ ਦੇਸ਼ ਦੇ ਵਿੱਚ ਹੋਣ, ਉਹ ਸ਼ਕਤੀ ਅਤੇ ਸੱਤਾ ਵਾਸਤੇ ਜਿਹੜਾ ਹੈਗਾ ਉਹ ਖੂਨ ਦੀਆਂ ਨਦੀਆਂ ਬਹਾ ਦਿੰਦੇ ਆ, ਲੋਕਾਂ ਨੂੰ ਜਿਹੜਾ ਹੈ ਵਿਭਾਜਿਤ ਕਰ ਦਿੰਦੇ ਆ। ਉਹ ਲੋਕਾਂ ਨੂੰ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ, ਨਸਲ ਦੇ ਨਾਂ ਤੇ। ਹੁਣ ਅਮਰੀਕਾ ਦੇ ਵਿੱਚ ਬਹੁਤ ਸਾਲਾਂ ਦੇ ਤੱਕ ਜਿਹੜਾ ਹੈ ਨਸਲੀ ਭੇਦਭਾਵ ਜਿਹੜਾ ਹੁੰਦਾ ਰਿਹਾ। ਜੇ ਆਪਾਂ ਸਾਊਥ ਅਫਰੀਕਾ ਦੀ ਗੱਲ ਕਰੀਏ ਤੇ ਸਾਊਥ ਅਫਰੀਕਾ ਦੇ ਵਿੱਚ ਵੀ ਨਸਲੀ ਆਧਾਰ ਉੱਤੇ ਜਿਹੜਾ ਹੈ ਕਈ ਤਰ੍ਹਾਂ ਦਾ ਜਿਹੜਾ ਹੈ ਭੇਦਭਾਵ ਹੁੰਦਾ ਰਿਹਾ। ਠੀਕ ਹੈ ਜੀ। ਪਾਵਰ ਟੈਂਡਸ ਟੂ ਕਰਪਟ, ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਜਿਹੜੀ ਐਬਸੋਲੂਟ ਪਾਵਰ ਹੁੰਦੀ ਹੈ, ਜਿਹੜੀ ਅਸੀਮਿਤ ਸ਼ਕਤੀ ਹੁੰਦੀ ਹੈ, ਉਹ ਜਿਹੜਾ ਹੈ ਉਹਦੇ 'ਚ ਕਰਪਸ਼ਨ ਕਰਨ ਦਾ ਜਿਹੜਾ ਮਾਦਾ ਹੁੰਦਾ ਉਹ ਜ਼ਿਆਦਾ ਹੁੰਦਾ। ਸੋ ਪਾਵਰ ਕਰਪਟਸ, ਐਬਸੋਲੂਟ ਪਾਵਰ। ਠੀਕ ਹੈ ਜੀ। ਹੁਣ ਇਹ ਕੀ ਹੈ? ਹੁਣ ਦੇਖੋ ਜੀ, ਆ ਜਿਹੜਾ ਇੱਥੇ ਪੀਪੀਟੀ ਦੇ ਵਿੱਚ ਇੱਕ ਚਿੱਤਰ ਬਣਿਆ ਹੋਇਆ ਹੈ। ਇੱਕ ਔਰਤ ਹੈ, ਉਹ ਝੰਡਾ ਲੈ ਕੇ ਚੱਲ ਰਹੀ ਹੈ, ਝੰਡਾ ਲੈ ਕੇ ਜਿਹੜਾ ਅੱਗੇ ਚੱਲ ਰਹੀ ਹੈ, ਉਹਦੇ ਪਿੱਛੇ ਪਿੱਛੇ ਜਿਹੜੇ ਹੈ ਲੋਕ ਚੱਲਦੇ। ਹੁਣ ਇਹ ਕੀ ਕਰ ਰਹੀ ਹੈ? ਇਹ ਜਿਹੜੀ ਔਰਤ ਹੈ ਦੂਜਿਆਂ ਦੇ ਵਿਵਹਾਰ ਨੂੰ ਜਿਹੜਾ ਹੈ ਪ੍ਰਭਾਵਿਤ ਕਰ ਰਹੀ ਹੈ, ਇਨਫਲੂਐਂਸ ਕਰ ਰਹੀ ਹੈ। ਸੋ ਇਹ ਕੰਸੈਪਟ ਆਫ ਪਾਵਰ ਐਜ਼ ਇਨਫਲੂਐਂਸ ਜਾਂ ਸ਼ਕਤੀ ਪ੍ਰਭਾਵ ਦੇ ਰੂਪ ਦੇ ਵਿੱਚ। ਸੋ ਮਤਲਬ ਕਿ ਇਹਦੇ ਪਿੱਛੇ ਪਿੱਛੇ ਲੋਕ ਚੱਲ ਰਹੇ ਨੇ। ਆ ਔਰਤ ਹੈ, ਉਹਨੇ ਝੰਡਾ ਫੜਿਆ ਹੈ, ਉਹਦੇ ਪਿੱਛੇ ਪਿੱਛੇ ਪ੍ਰੋਸੈਸ ਬਾਈ ਵਿਚ a person affects the behavior and thoughts and feelings of other person। ਹੁਣ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ, ਮੈਂ ਦੁਬਾਰਾ ਰਿਪੀਟ ਇਸ ਕਰਕੇ ਕਰ ਰਿਹਾ ਕਿਉਂਕਿ ਥੋੜਾ ਜਿਹਾ ਟੈਕਨੀਕਲ ਟੌਪਿਕ ਹੈ, ਤਾਂ ਸੋ ਇਹਨੂੰ ਬਾਰ-ਬਾਰ ਜਿਹੜਾ ਹੈਗਾ ਰਿਪੀਟ ਕਰਨਾ ਪੈਂਦਾ। The process by which a person affects the behavior and thoughts and feelings of another person। ਜਦੋਂ ਕੋਈ ਪਰਸਨ ਦੂਸਰੇ ਪਰਸਨ ਦਾ ਜਿਹੜਾ ਵਿਵਹਾਰ ਹੈ ਉਹਨੂੰ ਪ੍ਰਭਾਵਿਤ ਕਰਦਾ ਹੈ ਆਪਣੇ ਕਾਰਜਾਂ ਦੁਆਰਾ, ਆਪਣੇ ਕਰਮਾਂ ਦੁਆਰਾ, ਉਸ ਨੂੰ ਅਸੀਂ ਕਹਿੰਦੇ ਆ ਪਾਵਰ ਐਜ਼ ਇਨਫਲੂਐਂਸ। ਸੋ ਇਹੀ ਗੱਲ ਰੋਬਰਟ ਡਾਹਲ ਕਰ ਰਿਹਾ। ਜਿਹੜਾ ਰੋਬਰਟ ਡਾਹਲ ਹੈ ਉਹਨੇ ਸ਼ਕਤੀ ਦਾ ਵਨ ਡਾਇਮੈਂਸ਼ਨਲ ਵਿਊ ਪੁਆਇੰਟ ਦਿੱਤਾ। ਇੱਕ ਪੱਖੀਏ ਜਿਹੜਾ ਹੈ ਵਿਚਾਰ ਕੌਣ ਦੇ ਰਿਹਾ ਹੈ ਪਾਵਰ ਦਾ? ਉਹ ਦੇ ਰਿਹਾ ਹੈ ਰੋਬਰਟ ਡਾਹਲ। ਰੋਬਰਟ ਡਾਹਲ ਵੀ ਸ਼ਕਤੀ ਨੂੰ ਪ੍ਰਭਾਵ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਪਰਿਭਾਸ਼ਿਤ ਕਰਦਾ। ਠੀਕ ਹੈ ਜੀ। ਪ੍ਰਭਾਵ ਦੇ ਰੂਪ ਦੇ ਵਿੱਚ ਜਿਹੜਾ ਰੋਬਰਟ ਡਾਹਲ ਹੈ ਉਹਨੂੰ ਪ੍ਰਭਾਵਿਤ ਕਰਦਾ। ਠੀਕ ਹੈ। ਅਥਾਰਟੀ, ਹੁਣ ਕੰਸੈਪਟ ਆਫ ਪਾਵਰ ਐਜ਼ ਅਥਾਰਟੀ ਕੀ ਹੈ? ਅਗਰ ਮੈਂ ਇਹਨੂੰ ਇੱਕ ਲਾਈਨ ਦੇ ਵਿੱਚ ਸਮਝਾਉਣਾ ਹੋਵੇ ਤੁਹਾਨੂੰ, authority is right to change another person। ਹੁਣ
ਜੇ ਆਪਾਂ ਰਾਜਨੀਤੀ ਦੀ ਪਰਿਭਾਸ਼ਾ ਦੇਖੀਏ ਤੇ ਰਾਜਨੀਤੀ ਦੀ ਪਰਿਭਾਸ਼ਾ ਕੀ ਹੈ? ਸਟਰਗਲ ਫॉर ਪਾਵਰ ਇਜ਼ ਕਾਲਡ ਪੋਲਿਟਿਕਸ। ਮਤਲਬ ਸੱਤਾ ਲਈ ਸੰਘਰਸ਼ ਨੂੰ ਜਾਂ ਸ਼ਕਤੀ ਲਈ ਸੰਘਰਸ਼ ਨੂੰ ਅਸੀਂ ਰਾਜਨੀਤੀ ਕਹਿ ਰਹੇ ਹਾਂ। ਸੋ ਅਥਾਰਟੀ ਕੀ ਹੈ? ਰਾਈਟ ਟੂ ਚੇਂਜ ਅਨਦਰ ਪਰਸਨ। ਮਤਲਬ ਜਿਸ ਰਾਹੀਂ ਅਸੀਂ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੋਈ ਬਦਲਾਵ ਲੈਣੇ ਆ ਜਾਂ ਦੂਸਰੇ ਪਰਸਨ ਨੂੰ ਲਿਆਣੇ ਆ। ठीक है जी। हुण मैं तुहानूं एक बहुत सिंपल जी इत्थे एग्जांपल देना है। बहुत सिंपल जी एग्जांपल की है, मान लो तुसी एक व्यक्ति नूं वोट पा के चुनदे हो, वोट पा के तुसी उस व्यक्ति नूं चुन लिया। अगर वो व्यक्ति तुहाडे जिहड़े है जिहड़े तुहाडे नाल वादे कीते आ उहने इलैक्शन तो पहला, अगर वो पोलीटिकल पार्टी वो वादे पूरे नहीं करते या वो परसन तुहाडे वादे जिहड़े है पूरे नहीं करता तो तुसी उहनूं जिहड़ा है बदल दिंदे, सत्ता परिवर्तन कर दिंदे। सत्ता परिवर्तन का मतलब की है? अथॉरिटी इज राइट टू चेंज अनदर परसन। सो जदों असी शक्ति किहदे कोल हुंदी है? लोकतंत्र दे विच शक्ति लोगों कोल हुंदी है। लोग अपनी सरकार किस तरह चुनते हैं? लोग अपनी सरकार जिहड़ी हैगी है वो वोट पा के चुनते, इस तरह नहीं चुनते। वोट पा के अपनी सरकार जिहड़ी है वो चुनते हैं। वोटां द्वारा जिहड़ी है वो अपनी सरकार चुनते हैं और वोटां द्वारा ही लोकतंत्रीय व्यवस्था दे विच जिहड़ा हैगा कोई परिवर्तन आंदा है। सो अथॉरिटी जिहदे कोल सत्ता आंदी है, मान लो पिछले 10 साल केंद्र दे विच मनमोहन सिंह की सरकार सी या कांग्रेस की सरकार सी, 10 साल तक कांग्रेस ने केंद्र दे विच राज किया। 2000 अगर आपां 9 तो लैके गल करिए 2004 तो लैके 2014 तक मनमोहन सिंह की गवर्नमेंट रही और 2014 तो लैके हुण तक नरेंद्र मोदी की सरकार है। ठीक है, पहले उन्हें 5 साल राज किया 14 तो लैके 19 तक और 19 दे विच फिर दोबारा जिहड़ा नरेंद्र मोदी की जिहड़ी है वो सरकार बनी सी। सो लोगों ने जिहड़ा है सत्ता चलान का जिहड़ा फतवा सीगा वो किहनूं दित्ता सीगा? वो नरेंद्र मोदी नूं जिहड़ा सीगा वो दित्ता सी। ठीक है जी। सो कंसैप्ट ऑफ पावर एज अथॉरिटी ये है कि जदों असी ये कंसैप्ट किहने दिता सी? ये कंसैप्ट मार्क्स वेबर ने दिता सीगा। इहनूं आपां डिटेल दे विच बाद च जिहड़ा है डिस्कस करांगे। हुण सोर्सेज ऑफ पावर की हुंदे? सत्ता दे स्रोत किहड़े-किहड़े हुंदे? ऑर्गेनाइजेशनल पावर। ये ऑर्गेनाइजेशनल पावर नूं जिहड़ी ये पिक्चर है ਉਹਦੇ ਵੱਲ ਸੰਕੇਤਿਤ ਹੈ ਜਾਂ ਉਹਦਾ ਸੰਕੇਤ ਦੇ ਰਹੀ ਹੈ ਜਿਹੜੀ ਪਿਕਚਰ ਹੈ। Organizational power is derived from person's position in an organization, from control over valuable resources afforded by the position। ठीक है, ਜਿਹੜੀ ऑर्गेनाइजेशनल पावर ਹੁੰਦੀ ਹੈ ਉਹਦੇ ਵਿੱਚ ਜਿਹੜਾ ਵਿਅਕਤੀ ਹੁੰਦਾ ਹੈ ਜਾਂ ਜਿਹੜਾ ਆਰਗੇਨਾਈਜੇਸ਼ਨ ਦਾ ਹੈਡ ਹੁੰਦਾ ਹੈ ਉਹਦੇ ਕੋਲ ਸਾਰਾ ਕੰਟਰੋਲ ਹੁੰਦਾ। ਸੋ ਉਹਦੀ ਪਰਸਨੈਲਿਟੀ ਕਿੱਦਾਂ ਦੀ ਹੈ, ਉਹਦੇ ਪਰਸਨਲ ਟ੍ਰੇਟਸ ਕਿੱਦਾਂ ਦੇ ਹੈ, ਉਹਦੀ ਮਨੋਵਿਗਿਆਨਿਕ ਸਥਿਤੀ ਕਿੱਦਾਂ ਦੀ ਹੈ, ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨੀ ਕੁ ਆਰਗੇਨਾਈਜੇਸ਼ਨਲ ਪਾਵਰ ਹੋਲਡ ਕਰਦਾ ਹੈ ਜਾਂ ਕਿੰਨੀ ਕੁ ਉਹਦੇ ਕੋਲ ਰਿਸੋਰਸਿਸ ਹੈ ਜਿਹਦੇ ਨਾਲ ਉਹ ਬਾਕੀ ਜਿਹੜੇ ਆਰਗੇਨਾਈਜੇਸ਼ਨ ਦੇ ਵਿੱਚ ਸਦੱਸਿਆ ਹੈ ਜਾਂ ਉਹਦੇ ਜਿਹੜੇ ਸੁਪੀਰੀਅਰ ਹੈ ਉਹਦੇ ਉੱਤੇ ਕਿੰਨੀ ਕੁ ਉਹ ਆਪਣੀ ਸ਼ਕਤੀ ਦਾ ਪ੍ਰਯੋਗ ਕਰ ਸਕਦਾ ਹੈ ਜਾਂ ਉਹ ਕਿੰਨੀ ਕੁ ਚੀਜ਼ ਦਾ ਉਹਦਾ ਦਰਸਾ ਸਕਦਾ ਹੈ। ਇਹਨੂੰ ਆਪਾਂ ਆਰਗੇਨਾਈਜੇਸ਼ਨਲ ਜਿਹੜੀ ਹੈ ਪਾਵਰ ਕਹਿੰਦੇ ਹਾਂ। ਠੀਕ ਹੈ, ਆਰਗੇਨਾਈਜੇਸ਼ਨਲ ਪਾਵਰ ਕਿੱਦਾਂ ਆਉਂਦੀ ਹੈ ਜਾਂ ਉਹਦੇ ਸਰੋਤ ਕਿਹੜੇ-ਕਿਹੜੇ ਹੈ? ਰਿਵਾਰਡ ਪਾਵਰ, ਕੋਵਰਸਿਵ ਪਾਵਰ, ਲੈਜੀਟੀਮੇਟ ਪਾਵਰ। ਰਿਵਾਰਡ ਪਾਵਰ ਕੀ ਹੁੰਦੀ ਹੈ? ਰਿਵਾਰਡ ਪਾਵਰ ਦੀ ਗੱਲ ਜਿਹੜਾ ਹੈ ਮਾਈਕਲ ਫੂਕੋ ਕਰ ਰਿਹਾ ਹੈ ਜਾਂ ਮਾਈਕਲ ਫਲੋਫਿਕ ਵੀ ਕਰ ਰਿਹਾ ਹੈ। ਇਹਦੀ ਗੱਲ ਮਾਰਕਸ ਵੈਬਰ ਵੀ ਜਿਹੜਾ ਹੈਗਾ ਕਰ ਰਿਹਾ ਹੈ ਔਰ ਇਹਨੂੰ ਹੀ ਅਸੀਂ ਜਿਹੜਾ ਹੈ 2 ਡਾਇਮੈਂਸ਼ਨਲ ਵਿਊ ਪੁਆਇੰਟ ਜਿਹੜਾ ਹੈ ਪਾਵਰ ਦਾ ਅਸੀਂ ਕਹਿੰਦੇ ਹਾਂ। ਰਿਵਾਰਡ ਪਾਵਰ ਕੀ ਹੈ? ਇਟ ਇਜ਼ ਐਨ ਐਕਸਟੈਂਟ ਟੂ ਵਿਚ ਅ ਲੀਡਰ ਕੈਨ ਯੂਜ਼ ਇਰਨਿਸਟਿਕ ਐਂਡ ਇਨਇਰਨਿਸਟਿਕ ਰਿਵਾਰਡਸ ਟੂ ਕੰਟਰੋਲ ਐਂਡ ਇਨਫਲੂਐਂਸ ਦੀ ਪੀਪਲਸ। ਜਿਹੜਾ ਲੀਡਰ ਹੈ ਮੈਂ ਜਿੱਦਾਂ ਤੁਹਾਨੂੰ ਦੱਸਿਆ ਉਹਦੀ ਪਰਸਨੈਲਿਟੀ ਕਿੱਦਾਂ ਦੀ ਹੈ, ਉਹਦੇ ਬੇਸਿਕ ਟ੍ਰੇਟਸ ਕਿੱਦਾਂ ਦੇ ਹੈ, ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕੁਆਲਿਟੀਜ਼ ਹੈ, ਉਹ ਵਿਅਕਤੀ ਨੂੰ ਕਿਸ ਤਰ੍ਹਾਂ ਦੂਸਰੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ, ਇਹਦੇ ਉੱਤੇ ਵੀ ਜਿਹੜੀ ਸਾਰੀ ਚੀਜ਼ ਹੈਗੀ ਹੈ ਉਹ ਡਿਪੈਂਡ ਜਿਹੜੀ ਹੈ ਉਹ
करती है। coercive power की होंदी है? It is a degree to which a leader can deny the desired rewards to administrator। मतलब कि coercive power का मतलब है ਜਦੋਂ ਅਸੀਂ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਉੱਤੇ ਪ੍ਰਭੁਤਵ ਦੁਆਰਾ ਰਾਜ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹਦੇ ਕੋਲ ਇੰਨੀ ਕੁ ਸ਼ਕਤੀ ਹੁੰਦੀ ਹੈ ਕਿ ਉਹ ਉਸ ਨੂੰ ਕੀ ਦੇਣਾ ਚਾਹੁੰਦਾ ਹੈ, ਕਿੰਨੇ ਕੁ ਰਿਵਾਰਡ ਦੇਣਾ ਚਾਹੁੰਦਾ ਹੈ ਜਾਂ ਕਿੰਨੀਆਂ ਕੁ ਸਹੂਲਤਾਂ ਦੇਣਾ ਚਾਹੁੰਦਾ ਹੈ, ਉਹਦੇ ਉੱਤੇ ਜਿਹੜਾ ਹੈ ਡਿਪੈਂਡ ਜਿਹੜਾ ਹੈਗਾ ਉਹ ਕਰਦਾ ਹੈ। ਫਿਰ ਤੀਸਰੀ ਜਿਹੜੀ ਇਹਦੇ ਵਿੱਚ ਆਰਗੇਨਾਈਜੇਸ਼ਨਲ ਪਾਵਰ ਦੇ ਵਿੱਚ ਹੈਗੇ ਲੈਜੀਟੀਮੇਟ ਪਾਵਰ। ਇਟ ਇਜ਼ ਦ ਐਕਸਟੈਂਟ ਟੂ ਵਿਚ ਲੀਡਰ ਕੈਨ use his subordinates to internalize values and beliefs that boss has a right to command control over his subordinates power। legitimate power ਦਾ ਮਤਲਬ ਹੁੰਦਾ ਹੈ, ਅਗਰ ਮੈਂ ਸਿੰਪਲ ਸ਼ਬਦਾਂ ਦੇ ਵਿੱਚ ਕਰਾਂ ਕਿ ਜਿਹੜਾ ਤੁਹਾਡਾ ਆਰਗੇਨਾਈਜੇਸ਼ਨ ਹੈ, ਮੰਨ ਲਓ ਉਹਦਾ ਜਿਹੜਾ ਬੌਸ ਹੈ ਉਹ ਕਿੰਨਾ ਕੁ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰ ਸਕਦਾ ਔਰ ਕਿਸ ਤਰ੍ਹਾਂ ਆਰਗੇਨਾਈਜੇਸ਼ਨ ਨੂੰ ਕੰਟਰੋਲ ਕਰ ਸਕਦਾ। It is the extent to which leader can use subordinates to internalize values and beliefs of that boss has a right to command control over his subordinates। ठीक है जी, अगली गल ते आपां आ जाने information power। इनू आपां किस्मां भी the leaders has an access and control over information। हुण तुहानूं मैं इन्हू बहुत सिंपल जी एग्जाम्पल ना समझाऊंगा। इंफॉर्मेशन पावर, इंफॉर्मेशन टैक्नोलॉजी का युग है, अजकल फेसबुक का युग है, सोशल मीडिया का युग है, व्हाट्सएप का युग है। सो इहदे विच जिहड़े लीडर जिहड़े हैगे आ, जिहड़े इंफॉर्मेशन के स्रोत है उन्होंने किस तरह यूज करते हैं सत्ता विच रहन वास्ते। जिद्दां भारत दे विच एक बहुत समय तो चर्चा चली आ रही है कि नरेंद्र मोदी ਜਿਹੜਾ ਹੈਗਾ ਉਹ ਜਿਹੜਾ ਹੈ ਡਿਕਟੇਟੋਰੀਅਲ ਵੇ ਦੇ ਨਾਲ ਸਰਕਾਰ ਨੂੰ ਜਿਹੜਾ ਹੈਗਾ ਉਹ ਚਲਾ ਰਿਹਾ ਜਾਂ ਉਹ ਡਿਕਟੇਟੋਰੀਅਲ ਵੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਵੇਖ ਰਿਹਾ। ਮੀਡੀਆ ਉੱਤੇ ਉਹਦਾ ਕੰਟਰੋਲ ਹੈ, ਜਿਹੜੀਆਂ ਨਿਆਇਕ ਸੰਸਥਾਵਾਂ ਉਹਦੇ ਉੱਤੇ ਕੰਟਰੋਲ ਹੈ, ਜਿਹੜੀ ਇਲੈਕਸ਼ਨ ਮਸ਼ੀਨਰੀ ਹੈ ਉਹਦੇ ਉੱਤੇ ਕੰਟਰੋਲ ਹੈ। ਸੋ ਇਹਨਾਂ ਚਾਰਾਂ ਚੀਜ਼ਾਂ ਉੱਤੇ ਜਿਹੜਾ ਹੈ ਉਹਦਾ ਕੰਟਰੋਲ ਹੈ। ਸੋ ਉਹ ਮੀਡੀਆ ਦੀ ਵਰਤੋਂ ਕਰਕੇ मीडिया एज ए पावर जड़ा है यूज कर रहा है। इनफॉर्मेशन जी है वही इनफॉर्मेशन लोगों को दे रहा है जी इनफॉर्मेशन जड़ा है एक इमेज बनाती है या जी है एक जड़ा परसोना जड़ा है क्रिएट करती है। प्रोसेस पावर। A leader has full control over the methods of production and analysis। जो किसी लीडर का ਜਿਹੜੇ ਮੈਥਡਸ ਆਫ ਪ੍ਰੋਡਕਸ਼ਨ ਹੁੰਦੇ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਵਿਵਸਥਾ ਦੇ ਵਿੱਚ ਉਹਦੇ ਉੱਤੇ ਕੰਟਰੋਲ ਹੁੰਦਾ ਉਹਨੂੰ ਅਸੀਂ ਜਿਹੜਾ ਹੈਗਾ ਉਹਨੂੰ ਅਸੀਂ ਪ੍ਰੋਸੈਸ ਜਿਹੜੀ ਹੈ ਪਾਵਰ ਕਹਿੰਦੇ ਹਾਂ। ਰਿਪਰੈਜ਼ੈਂਟੇਟਿਵ ਪਾਵਰ ਦੀ ਲੀਗਲ ਰਾਈਟ ਕਨਫਰਮ ਟੂ ਸਪੀਕ ਬਾय ਅ ਫਰਮ ਐਜ਼ ਐਨ ਰਿਪਰੈਜ਼ੈਂਟੇਟਿਵ। ਠੀਕ ਹੈ ਜੀ, ਰਿਪਰੈਜ਼ੈਂਟੇਟਿਵ ਪਾਵਰ पॉलिटिक्स अगर गल करिए जी लोगों को वोट पाने का अधिकार जोड़ा है दिता गया। अगर ऑर्गेनाइजेशन से गल करिए तो रिप्रजेंटेटिव पावर का मतलब है कि जोड़े सबॉर्डीनेट्स है उन्होंने भी एक संस्था के विच एक ऑर्गेनाइजेशन के विच जिहड़ा है बोलने का अधिकार जोड़ा है वो दिता है रिप्रजेंटेटिव। ठीक है जी, अगली स्लाइड पर चलते हैं। इंडिविजुअल और पर्सनल पावर। इट इज़ अ पावर derived from personal characteristics are the value of organization। ਹੁਣ ਆ ਦੇਖੋ ਜੀ ਇੱਥੇ ਪਿਕਚਰ ਕੀ ਸ਼ੋ ਕਰ ਰਹੀ ਹੈ, ਸਾਨੂੰ ਇਮੇਜ ਕੀ ਸ਼ੋ ਕਰ ਰਹੀ ਹੈ ਕਿ ਇਹ ਬੌਸ ਹੈ ਜਾਂ ਇਹ ਆਰਗੇਨਾਈਜੇਸ਼ਨਲ ਹੈਡ ਹੈ, ਇਹ ਕੀ ਕਰ ਰਿਹਾ ਹੈ, ਇਹ ਆਪਣੇ ਪਰਸਨਲ ਕਰੈਕਟਰਿਸਟਿਕਸ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਔਰ ਇੱਕ ਤਰ੍ਹਾਂ ਦੀ ਜਿਹੜਾ ਹੈ ਪ੍ਰਭੁਤਵ ਜਿਹੜਾ ਹੈ मतलब कि क्रिएट कर रहे हैं उन्होंने आप इंडिविजुअल पावर जी करना। ठीक है जी। सो एक चीज़ मैं होर डिस्कस करनी सी अज के लैक्चर के विच, बाकी लैक्चर असी कल डिस्कस करांगे बाकी जिहड़ियां इहदे नाल जिहड़ियां रिलेटेड चीज़ां। एक मैं तुहानूं सारिआं नूं गल क्लीयर कर देवां, जिहड़ा असीं पेपर पढ़ रहे हैं इहदे विच सीधा क्वेश्चन नहीं आंदा, ट्विस्टेड क्वेश्चन आते पेपर के BA और MA लैवल का बहुत ज़्यादा फर्क है। सो
ਇੱਕ ਗੈਸ ਪੇਪਰ ਤੁਸੀਂ ਜਿਹੜਾ ਹੈਗਾ ਹੈ ਉਹ ਖਰੀਦਣਾ ਹੈਗਾ ਹੈ, ਠੀਕ ਹੈ ਜੀ। ਔਰ ਉਸ ਗੈਸ ਪੇਪਰ ਦੇ ਵਿੱਚ ਜਿਹੜੇ ਪੁਰਾਣੇ ਪੇਪਰ ਜਿਹੜੇ ਆ ਉਹ ਦਿੱਤੇ ਹੋਏ ਆ, ਉਹਨਾਂ ਤੋਂ ਤੁਹਾਨੂੰ ਆਈਡੀਆ ਹੋਏਗਾ ਕਿ ਕਿਸ ਤਰ੍ਹਾਂ ਦਾ ਪੇਪਰ ਜਿਹੜਾ ਹੈ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਏਗਾ। ਸੋ ਮੈਂ ਅੱਜ ਦਾ ਲੈਕਚਰ ਆਪਣਾ ਇੱਥੇ ਹੀ ਜਿਹੜਾ ਹੈ ਖਤਮ ਕਰਦਾ। ਥੈਂਕ ਯੂ।